सत श्री अकाल, तुसीं देख रहे टीवी पंजाब। मैं तुहाडा जसप्रीत सिंह अशक। गल करांगे गुरुद्वारा मस्तूआणा साहब की जमीन नूं लैके। गुरुद्वारा मस्तूआणा साहब की 125 एकड़ जमीन दे विचों जद 25 एकड़ सरकार नूं दे दिते जांदे ने मैडिकल कॉलेज बनाउण दे लई, तां फिर एक विवाद शुरू हुंदा है। हालांकि खुशखबरी यह है कि हुण ये विवाद सर्वसहमति नाल हल हो चुकिया है। इस विवाद दे विच तिन्ने धिरां SGPC, गुरुद्वारा मस्तूआणा साहब की प्रबंधक कमेटी ते इस तो इलावा सरकार ये हुण सहमत हो चुके हैं मैडिकल कॉलेज बनाउण दे लई। आखिर पूरा मामला की है भी तुहानूं दस दिंदे आ। गुरुद्वारा मस्तूआणा साहब ट्रस्ट वालों अपनी 25 एकड़ जमीन सरकार नूं दे दित्ती जांदी है मैडिकल कॉलेज उसारन दे लई, तां जो उत्थे मैडिकल कॉलेज बन सके। सरकार मैडिकल कॉलेज बनाउण लई जद तैयार हुंदी है तां फिर SGPC इस दे विच अड़िंगा अड़ाउंदी है। SGPC कहती है कि जमीन साडी है, ये विवाद जिहड़ा बनाया जा रहा है, जमीन सरकार नूं दित्ती जा रही है, वो गलत है। SGPC कोर्ट का भी रुख कर लैंदी है। लगातार मैडिकल कॉलेज बनने की अपील सरकार करती रहिंदी है। मस्तूआणा ट्रस्ट भी इस दे विच हामी भरदा रहिंदा, पर SGPC इस जमीन नूं लैके विरोध करती है। वो गल करती है कि 125 एकड़ जमीन है, ना कि 25 एकड़, पर यह 25 एकड़ भी सरकार नूं देना गलत है, ट्रस्ट नहीं दे सकता। इस नूं लैके इलाके के लोग ना खुश होए। इलाके के लोगों वालों SGPC का घेराव किया गया। खास करके गल की जाए तो SGPC के साबका प्रधान लौंगोवाल का घर का घेराव किया गया। प्रोटेस्ट करना शुरू किया गया संगत वालों, तो ये मंग की गई इलाका निवासियों वालों कि इत्थे कॉलेज बनना चाहिए। इस उत्ते SGPC डिंगा ना अड़ावे। आखिरकार मामला हल होया। तिन्ने धिरां सर्वसहमति बनाउंदियां होइयां लोकल प्रशासन कोल पुज्जियां ते उत्थे अपनी सर्वसहमति नूं दाखिल करवा दिता कि असीं सहमत हाँ, ये 25 एकड़ जमीन सरकार कोल ही जाएगी तो उत्थे मैडिकल कॉलेज भी उसारिया जाएगा। आओ तुहानूं पहलां सुना दिंदे आ SGPC के साबका प्रधान लौंगोवाल का इस उत्ते की कहना है। मैं तो बहुत खुशी है क्योंकि असीं तां शुरू तो ही हमेशा ही तुसीं सारी प्रैस वालों नूं पता है कि मैं हमेशा ही चाहुंदा सी कि संत चंद सिंह आप संत बाबा अतर सिंह जी ਦੇ ਨਾਂ ਤੇ देखो ਜਿਹੜਾ ਕਾਲਜ ਬਣ ਰਿਹਾ ਹੈ ਇਲਾਕੇ ਦੀ ਭਾਵਨਾ ਨਾਲ ਅਸੀਂ ਸਾਰੇ ਚਾਹੁੰਦੇ ਸੀ ਵੀ ਜ਼ਰੂਰ ਬਣਨਾ ਇਹ ਚਾਹੀਦਾ ਹੈ। ਸਾਰੀ ਸ਼ੁਰੂ ਤੋਂ ਕੋਸ਼ਿਸ਼ ਰਹੀ, ਪ੍ਰਧਾਨ ਜੀ ਨੂੰ ਮਿਲੇ ਅਸੀਂ ਗੱਲਾਂ ਕਰਦੇ ਰਹੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸੰਘਰਸ਼ ਜਿਹੜਾ ਸਾਡੇ ਮੋਰਚੇ ਵੱਲੋਂ ਕਿਸਾਨ ਮੋਰਚੇ ਵੱਲੋਂ ਸੇਖੋਂ ਸਾਹਿਬ ਤੇ ਇਹਨਾਂ ਦੇ ਸਾਰੇ ਸਾਥੀਆਂ ਨੇ ਅਸੀਂ ਸਾਰੇ ਬੈਠ ਕੇ ਮੀਟਿੰਗ ਕੀਤੀ ਹੈ ਔਰ ਵਧੀਆ ਇੱਕ ਛਿੱਟੇ ਤੇ ਸਾਰੇ ਜਣੇ ਪਹੁੰਚੇ ਆ ਕਿ ਇਹ ਜਿਹੜਾ ਧਰਨਾ ਹੈ ਜਿਹੜਾ ਆਪਣਾ ਕਾਲਜ ਹੈ ਇਹ ਬਣਨਾ ਚਾਹੀਦਾ। ਉਹ ਸਾਰੀਆਂ ਗੱਲਾਂ ਸੇਖੋ ਜੀ ਨੇ ਤੁਹਾਨੂੰ ਡਿਟੇਲ 'ਚ ਦੱਸਦੀਆਂ ਨੇ। ਸੋ ਅਸੀਂ ਸਾਰੇ ਇਹਦੇ ਨਾਲ ਸਹਿਮਤ ਆਂਗੇ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਇੱਥੇ ਜਿਹੜਾ ਕਾਲਜ ਹੈ ਜਲਦ ਤੋਂ ਜਲਦੀ ਬਣੇ। ਪ੍ਰਧਾਨ ਜੀ ਤੁਸੀਂ ਸੰਭਾਵਨਾ ਵਿਅਕਤ ਕਰ ਰਹੇ ਹੋ ਕਿ ਕਲਾਸਾਂ ਸ਼ੁਰੂ ਹੋ ਜਾਣਗੀਆਂ? ਬਿਲਕੁਲ ਅਸੀਂ ਕੋਸ਼ਿਸ਼ ਕਰਾਂਗੇ। ਦੇਖੋ ਅਸੀਂ ਵੀ ਪਹਿਲਾਂ ਗੱਲ ਕੀਤੀ ਸਾਰੇ ਨੇ ਬੈਠ ਕੇ ਵੀ ਸਰਕਾਰ ਨੂੰ ਅਸੀਂ ਕਹਾਂਗੇ ਹੁਣ ਸਰਕਾਰ ਦੇ ਵੀ ਸਰਕਾਰ ਨੂੰ ਦੇਖੋ ਚਾਹੀਦਾ ਉਹ ਆਪਣੇ ਬਾਅਦ ਦੇਖੋ ਹੁਣ ਸਰਕਾਰ ਦੇ ਦੇਖੋ ਅਸੀਂ ਇਹ ਸਾਰਾ ਮਸਲਾ ਹੱਲ ਹੋ ਗਿਆ। ਹੁਣ ਸਰਕਾਰ ਨੂੰ ਚਾਹੀਦਾ ਕਿ ਉਹ ਕਲਾਸਾਂ ਸ਼ੁਰੂ ਕਰੇ। ਆਪਣੇ ਜਿਹੜੀ ਹੈ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ, ਜਿਹੜੀ ਹੈ ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਮੈਂ ਇਸ ਸਾਲ ਕਲਾਸਾਂ ਸ਼ੁਰੂ ਕਰੂੰਗਾ। ਉਹਦੇ ਵਾਸਤੇ ਸੇਖੋ ਜੀ ਨੇ ਦੱਸਤਾ ਕਿ ਟਰਸਟ ਵੱਲੋਂ ਜਿਹੜਾ ਗੁਰਸਾਗਰ ਮਸਤੂਆਣਾ ਟਰਸਟ ਵੱਲੋਂ ਜਗ੍ਹਾ ਵੀ ਦੇਤੀ, ਕਲੀਅਰ ਕਰਤੀ, ਸਾਰੀ ਗੱਲ ਹੋ ਗਈ। ਤੇ ਹੁਣ ਇਹ ਬੇਨਤੀ ਕਰਦੇ ਆ ਵੀ ਜਲਦ ਤੋਂ ਜਲਦੀ ਇੱਥੇ ਜਿਹੜੀਆਂ ਮੈਡੀਕਲ ਕਾਲਜ ਦੀਆਂ ਕਲਾਸਾਂ ਨੇ ਜਿਹੜੀਆਂ ਉਹ ਸ਼ੁਰੂ ਹੋਣੀਆਂ ਚਾਹੀਦੀਆਂ ਨੇ। ਮੈਡੀਕਲ ਕਾਲਜ ਦਾ ਵਿਵਾਦ ਅੱਜ ਖਤਮ ਹੁੰਦਾ ਨਜ਼ਰ ਆ ਰਿਹਾ। ਸਹਿਮਤੀ ਸਾਰੀਆਂ ਧਿਰਾਂ ਇਕੱਠੀਆਂ ਨੇ, ਕਿਸ ਗੱਲ ਨੂੰ ਲੈ ਕੇ ਸਹਿਮਤੀ ਹੋਈ ਹੈ? ਮੁੱਢਲੇ ਤੌਰ ਤੇ ਸਾਡੀ ਜਿਹੜੀ ਸਹਿਮਤੀ ਇਹ ਹੋਈ ਹੈ ਕਿ ਇਸੇ ਸੈਸ਼ਨ ਤੋਂ ਕਲਾਸਾਂ ਸ਼ੁਰੂ ਕੀਤੀਆਂ ਜਾਣ, ਕਿਉਂਕਿ ਉਹਦੇ ਲਈ ਮਸਤੂਆਣਾ ਸਾਹਿਬ ਅਸੀਂ ਟਰਸਟ ਵੱਲੋਂ B.Ed ਕਾਲਜ ਦੀ ਸਾਰੀ ਬਿਲਡਿੰਗ ਤੇ ਹੋਸਟਲ ਅਸੀਂ ਪਹਿਲਾਂ ਹੀ ਆਫਰ ਕਰ ਚੁੱਕੇ ਆ। ਦਸੰਬਰ ਦੇ ਵਿੱਚ ਅਸੀਂ ਸਰਕਾਰ ਨੂੰ ਰੈਜੂਲੇਸ਼ਨ ਪਾ ਕੇ ਦੇ ਚੁੱਕੇ ਆ ਤੇ ਉਹਦੇ ਵਿੱਚ ਐਸੇ ਸੈਸ਼ਨ ਤੋਂ ਜਿਹੜੀਆਂ ਕਲਾਸਾਂ ਸ਼ੁਰੂ ਕਰਨ, ਜਿਵੇਂ ਪਹਿਲਾਂ ਲੌਂਗੋਵਾਲ ਸਾਹਿਬ ਤੇ ਮਾਨ ਸਾਹਿਬ ਨੇ ਕਿਹਾ ਕਿ ਹੁਣ ਸਰਕਾਰ ਆਪਦਾ ਵਾਅਦਾ ਪੁਗਾਵੇ ਕਿ ਇਸੇ ਸੈਸ਼ਨ ਤੋਂ ਉਹ ਕਲਾਸਾਂ ਸ਼ੁਰੂ ਕਰਨ। ਅਸੀਂ DC ਸਾਹਿਬ ਨੂੰ ਵੀ ਇਹੀ ਬੇਨਤੀ ਕਰਕੇ ਆ ਕਿ ਐਡਮਿਸ਼ਨ ਪ੍ਰੋਸੈਸ ਸ਼ੁਰੂ ਕੀਤਾ ਜਾਵੇ। ਮੈਡੀਕਲ ਕਾਉਂਸਲ ਨੂੰ ਹੈ ਜਿਹੜੀ ਜਾਂ ਕਮਿਸ਼ਨ ਹੈ ਤੇ ਉਹਦੀ ਟੀਮ ਨੂੰ ਵਿਜ਼ਿਟ ਕਰਾ ਕੇ ਜਲਦੀ ਕਲਾਸਾਂ ਸ਼ੁਰੂ ਕੀਤੀਆਂ ਜਾਣ। ਉਹਦੇ ਵਿੱਚ ਕੋਈ ਅੜਿੱਕਾ ਨਹੀਂ ਕਲਾਸਾਂ ਦੇ ਵਿੱਚ। ਜਿਹੜਾ ਦੂਸਰਾ ਹੈਗਾ ਜ਼ਮੀਨ ਬਾਰੇ ਵੀ ਉੱਥੇ ਹੀ ਅਸੀਂ ਸਾਰੀਆਂ ਸਹਿਮਤ ਹਾਂ ਅਸੀਂ ਵੀ ਉੱਥੇ ਅਗਰ ਬਣਾਉਣਾ ਚਾਹੁੰਦੀ ਹੈ ਸਰਕਾਰ ਉੱਥੇ ਬਣਾ ਸਕਦੀ ਹੈ, ਅਸੀਂ ਸਾਰੇ ਉਸ ਲਈ ਸਹਿਮਤ ਹਾਂ। ਪਰ ਉਹਦੇ ਵਿੱਚ ਜਿਹੜੀਆਂ ਕੋਈ ਕਾਨੂੰਨੀ ਅੜਿੱਚਣਾ ਨੇ, ਕਾਨੂੰਨੀ ਅੜਿੱਚਣਾ ਅਸੀਂ ਆਪੋ ਆਪਣੇ ਵਕੀਲਾਂ ਨੂੰ, ਟਰਸਟ ਆਪਦੇ ਵਕੀਲ ਨੂੰ ਮਿਲੂ, ਸ਼੍ਰੋਮਣੀ ਆਪਣੀ ਕਮੇਟੀ ਆਪਦੇ ਵਕੀਲਾਂ ਨੂੰ ਮਿਲ ਕੇ ਜਿਵੇਂ ਉਹ ਸਾਨੂੰ ਸੁਜੈਸਟ ਕਰਨਗੇ ਉਹ ਕਾਨੂੰਨੀ ਪ੍ਰਕਿਰਿਆ ਜਿਹੜੀ ਉਹ ਵੀ ਫੋਲੋ ਕੀਤੀ ਜਾਊਗੀ। ਕਾਨੂੰਨੀ ਅੜਚਨਾ ਇਹ ਨੇ ਵੀ ਇਹਦੇ ਇੱਕ ਤਾਂ 1987 ਤੋਂ ਸ਼੍ਰੋਮਣੀ ਕਮੇਟੀ ਦੇ ਟਰਸਟ ਦਾ ਆਪਸੀ ਇਸ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ। ਉਹ ਨੋਟੀਫਿਕੇਸ਼ਨ ਦੇ ਰਿਗਾਰਡਿੰਗ
ਟਰਸਟ ਨੂੰ ਤੇ ਸਟੇ ਮਿਲੀ ਹੋਈ ਹੈ ਆਲਰੇਡੀ। ਇਹ ਤੇ 1987 ਤੋਂ ਸਟੇ ਚੱਲ ਰਹੀ ਹੈ ਇਸ ਜ਼ਮੀਨ ਤੇ, ਜਿਹੜੀ ਸਰਕਾਰ ਵੱਲੋਂ ਇਹ ਸਿਲੈਕਟ ਕੀਤੀ ਗਈ ਹੈ। ਤੇ ਦੂਸਰੀ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਮਤਲਬ ਇਹ ਜਿਹੜੀ ਕੰਸਟਰਕਸ਼ਨ ਤੇ ਇੱਥੇ ਉਸੇ ਕੇਸ ਨੂੰ ਬੇਸਿਸ ਲੈ ਕੇ ਇਹ ਤੇ ਮਤਲਬ ਸਟੇ ਚੱਲ ਰਹੀ ਹੈ ਕੰਸਟਰਕਸ਼ਨ ਤੇ। ਹੁਣ ਅਸੀਂ ਇਸ ਗੱਲ ਤੇ ਸਹਿਮਤ ਹੋਏ ਹਾਂ ਕਿ ਸ਼੍ਰੋਮਣੀ ਕਮੇਟੀ ਅਤੇ ਟਰਸਟ ਤੋਂ ਲਿਖਤੀ ਅਸੀਂ ਸਹਿਮਤੀ ਲਈ ਜਾਵੇ। ਅਸੀਂ ਇਸ ਮਤਲਬ ਸਹਿਮਤੀ ਦੇਣ ਨੂੰ ਵੀ ਇਹ ਜ਼ਮੀਨ ਅਸੀਂ 25 ਏਕੜ ਅਸੀਂ ਇਹ ਸਰਕਾਰ ਨੂੰ ਦੇਣ ਨੂੰ ਤਿਆਰ, ਕਿਉਂਕਿ ਦੋਨੋਂ ਧਿਰਾਂ ਦਾ ਉੱਤੇ ਮਤਲਬ ਇਹ ਕਲੇਮ ਹੈ। ਅਸੀਂ ਉੱਤੇ ਸਹਿਮਤ ਆ, ਮਤਲਬ ਆਪਦੀ ਸਹਿਮਤੀ ਇਹ ਟਰਸਟ ਦੇਣ ਨੂੰ ਤਿਆਰ ਹੈ ਤੇ ਸ਼੍ਰੋਮਣੀ ਕਮੇਟੀ ਵੀ ਤਿਆਰ ਹੈ। ਇਹ ਜਿਹੜੀ ਪਹਿਲਾਂ ਮਤਲਬ ਕਿ ਇੱਕ ਇਹ ਗੱਲ ਹੈ ਸੀ ਵੀ ਧਿਰਾਂ ਦੀ ਆਪਸੀ ਮਿਸਅੰਡਰਸਟੈਂਡਿੰਗ, ਧਿਰਾਂ ਦੀ ਮਿਸਅੰਡਰਸਟੈਂਡਿੰਗ ਕੋਈ ਨਹੀਂ ਸੀ। ਧਿਰਾਂ ਪਹਿਲੇ ਦਿਨ ਤੋਂ ਹੀ ਕਲੀਅਰ ਨੇ, ਪਹਿਲੇ ਦਿਨ ਤੋਂ ਉਹਨਾਂ ਨੂੰ ਸਾਰੇ ਸਟੇਟਸ ਦਾ ਪਤਾ ਹੈ। ਮਿਸਅੰਡਰਸਟੈਂਡਿੰਗ ਸਰਕਾਰ ਵੱਲੋਂ ਸੀ। ਇੱਕ ਜਿਹੜੀ ਬਾਬੇ ਵੱਲੋਂ ਕਿਸੇ ਗੈਰ ਕਾਨੂੰਨੀ ਢੰਗ ਨਾਲ ਰਜਿਸਟਰੀ ਕਰਾਈ ਗਈ ਹੈ, ਉਹ ਉਹਦਾ ਹੁਣ ਉਹੀ ਤੁਹਾਡੀ ਹਾਂ, ਉਹ ਰਜਿਸਟਰੀ ਨੂੰ ਅਸੀਂ ਮਾਨਤਾ ਨਹੀਂ, ਨਾ ਸ਼੍ਰੋਮਣੀ ਕਮੇਟੀ, ਨਾ ਅਸੀਂ ਦੇ ਹੀ ਨਹੀਂ ਸਕਦੇ ਕਾਨੂੰਨੀ ਤੌਰ ਤੇ, ਨਾ ਉਹ ਕਾਨੂੰਨੀ ਤੌਰ ਤੇ ਵੈਲਿਡ ਹੈ। ਅਸੀਂ ਮਤਲਬ ਇਹਦੇ ਲਈ ਕੋਈ ਹੋਰ ਰਿਲੀਜ਼ ਕਰਨੀ ਪਈ, ਜੋ ਵੀ ਜਿਵੇਂ ਕੋਰਟ ਸਾਨੂੰ ਡਾਇਰੈਕਸ਼ਨ, ਸਾਡੇ ਵਕੀਲ ਸਾਨੂੰ ਸੁਜੈਸਟ ਕਰਨਗੇ, ਉਹ ਅਸੀਂ ਕੋਈ 25 ਏਕੜ ਤੋਂ ਕਲੇਮ ਚੱਕ ਰਹੀਆਂ ਨੇ ਸਾਰੀਆਂ। ਹਾਂ 25 ਏਕੜ ਤੋਂ ਅਸੀਂ ਆਪਦਾ ਕਲੇਮ ਹਾਂ ਜਿਸ ਤਰ੍ਹਾਂ ਕੋਈ ਖਤਮ ਕਰਾਂਗੇ ਵੀ ਇਹ ਅਸੀਂ ਸਰਕਾਰ ਨੂੰ ਯੂਨੈਨਿਮਸਲੀ ਦੇਣ ਨੂੰ ਤਿਆਰ ਹਾਂ। ਜੇ ਧਾਰਮਿਕ ਅਦਾਰਾ ਆਪਣੀ ਕੋਈ ਜ਼ਮੀਨ ਦੇ ਨਹੀਂ ਸਕਦਾ ਜੀ, ਤਾਂ ਉਹਦਾ ਹੱਕ ਕਿਸ ਤਰ੍ਹਾਂ ਹੋਏਗਾ? ਉਹ ਲੀਜ਼ ਕਰਾ ਸਕਦੇ ਨੇ, ਤਾਂ ਹੀ ਤਾਂ ਅਸੀਂ ਰਜਿਸਟਰੀ ਨੂੰ ਵੈਲਿਡ ਕਰ ਸਕਦੇ ਹਾਂ। ਕਿਸੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਜ਼ਮੀਨ ਹੈ, ਕਿਸੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਜ਼ਮੀਨ ਹੈ, ਉਹਦੀ ਮਾਲਕੀ ਟ੍ਰਾਂਸਫਰ ਨਹੀਂ ਹੋ ਸਕਦੀ। ਹੁਣ ਜਿਹੜੀ ਸਾਰਾ ਪ੍ਰੋਸੈਸ ਦੁਬਾਰਾ ਹੋਵੇਗਾ, ਜਿਹੜੀ ਲੀਜ਼ ਤੇ ਵੀ ਇਹ ਹੁਣ ਸਰਕਾਰ ਦੇ ਤਾਂ ਵਕੀਲ ਦੱਸਣਗੇ, ਜਾਂ ਮਤਲਬ ਕਿ ਹੁਣ ਸਰਕਾਰ ਦੀ ਇੱਛਾ ਦੱਸੂਗੀ ਵੀ ਸਰਕਾਰ ਹੁਣ ਇਹਦੇ ਹੁਣ ਅਗਲਾ ਇਨੀਸ਼ੀਏਟਿਵ ਸਰਕਾਰ ਨੇ ਲੈਣਾ। ਜਿਹੜੀ ਅੱਗੇ ਪਹਿਲਾਂ ਗੈਰ ਕਾਨੂੰਨੀ ਢੰਗ ਨਾਲ ਹੋਈ ਸੀ, ਉਹ ਤੇ ਐਕਸ਼ਨ ਲਿਆ ਸਰਕਾਰ ਉਹ ਕੋਰਟ ਦੇਖੂ, ਉਹ ਕੋਰਟ ਦੇ ਵਿਚਾਰ ਅਧੀਨ ਹੈ। ਕੋਰਟ ਦੇਖੂ ਵੀ ਉਹਨੂੰ ਉਹ ਤੇ ਕੀ ਮਤਲਬ ਕਿ ਕਾਰਵਾਈ ਹੋਣੀ। ਬਾਕੀ ਪਹਿਲਾ ਮਸਲਾ ਤਾਂ ਕਲਾਸਾਂ ਦਾ ਜੀ। ਹਾਂ, ਪਹਿਲਾ ਮਸਲਾ ਕਲਾਸਾਂ ਦਾ। ਕਲਾਸਾਂ ਲਾਉਣ ਦੇ ਵਿੱਚ ਕੋਈ ਅੜਚਨ ਨਹੀਂ ਹੈਗੀ। 1 ਮਹੀਨੇ ਦੇ ਅੰਦਰ ਅੰਦਰ ਤਾਂ ਪਰਮਿਸ਼ਨ ਮਿਲਣੀ ਨਹੀਂ, ਪਰਮਿਸ਼ਨ ਤਾਂ ਵਿਜ਼ਿਟ ਕਰੇਗੀ ਆਪਣੀ ਨੈਸ਼ਨਲ, ਉਹ ਤਾਂ ਚਾਹੇ ਕੱਲ ਨੂੰ ਵਿਜ਼ਿਟ ਕਰ ਲੈ, ਉਹ ਤਾਂ ਸਾਰਾ ਕੁਝ ਰੈਡੀ ਹੈ। ਉਹ ਤਾਂ ਮੈਂ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਵੀ ਡੀਆਰਐਮਈ ਜਿਹੜੇ ਉਹ ਆਥੋਰਾਈਜ਼ ਨੇ ਸਰਕਾਰ ਵੱਲੋਂ, ਡੀਆਰਐਮਈ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਹੈ ਜਿਹੜਾ, ਉਹ ਮੈਡੀਕਲ ਉਸ ਨੂੰ ਲੱਗੇ ਵੀ ਸਾਡੇ ਕੋਲੇ ਬਿਲਡਿੰਗ ਅਵੇਲੇਬਲ ਹੈ। ਅਸੀਂ ਉੱਥੇ 10 ਕਾਲਜ ਚਲਾ ਰਹੇ ਹਾਂ ਜੀ, ਸਾਰੇ ਕਾਲਜ ਆਈ ਪਹਿਲੇ ਦਿਨ ਹੀ ਥੋੜ੍ਹਾ ਬਣ ਗਏ। ਅਸੀਂ ਪਹਿਲਾਂ ਹੋਰ ਬਿਲਡਿੰਗਾਂ 'ਚ ਕਲਾਸਾਂ ਚਲਾਈਆਂ ਨੇ ਤੇ ਅਗਲੇ ਸਾਲ ਉਹਦੀ ਬਿਲਡਿੰਗ ਬਣੀ ਆ। 10 ਕਾਲਜ ਅਸੀਂ ਇਸ ਤਰ੍ਹਾਂ ਹੀ ਪਰਮਿਸ਼ਨਾਂ ਲਈਆਂ ਨੇ, ਏਆਈਸੀਟੀ ਤੋਂ ਲਈਆਂ ਨੇ, ਮੈਡੀਕਲ ਫਾਰਮੇਸੀ ਕਾਉਂਸਲ ਤੋਂ ਲਈਆਂ ਨੇ, ਸਾਰੀਆਂ ਪਰਮਿਸ਼ਨਾਂ ਇਸ ਤਰ੍ਹਾਂ ਹੀ ਲਈਆਂ ਨੇ। ਇਹ ਤਾਂ ਕਹਿਣਾ ਸਾਨੂੰ ਆਥੋਰਾਈਜ਼ ਕਰ ਦੇਣ ਡੀਸੀ ਸਾਹਿਬ, ਸਰਕਾਰ, ਅਸੀਂ ਲੈ ਕੇ ਦਿਖਾਉਣੇ ਮਾਨਤਾ। ਜਿਹੜੀ ਸਹਿਮਤੀ ਹੋਈ ਹੈ ਅੱਜ ਸਾਰੀਆਂ ਧਿਰਾਂ ਪਹੁੰਚੀਆਂ ਨੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਤਾਂ ਪਹਿਲਾਂ ਸਾਰੀਆਂ ਧਿਰਾਂ ਵੀ ਸਹਿਮਤ ਸੀ, ਸਾਰਾ ਜ਼ਿਲ੍ਹਾ ਵੀ ਸਹਿਮਤ ਸੀ ਕਾਲਜ ਬਣਾਉਣ ਲਈ। ਇਹ 'ਚ ਕਦੇ ਵੀ ਕੋਈ ਅੜਚਨ ਨਹੀਂ ਸੀਗੀ, ਲੇਕਿਨ ਸਰਕਾਰ ਨੇ ਇੱਕ ਐਸਾ ਭੰਬਲ-ਭੂਸਾ ਪਾਤਾ ਸੀ ਕਿ ਕਾਨੂੰਨੀ ਅੜਚਨਾਂ ਦੂਰ ਕਰਨ ਤੋਂ ਪਹਿਲਾਂ ਹੀ ਕਿਸੇ ਜ਼ਮੀਨ ਦੇ ਉੱਤੇ, ਡਿਸਪਿਊਟਡ ਜ਼ਮੀਨ ਉੱਤੇ ਪੱਥਰ ਰੱਖਦਾ ਸੀ। ਅਸੀਂ ਅੱਜ ਇਹ ਫੈਸਲੇ ਤੇ ਆਏ ਹਾਂ ਕਿ ਉਹ ਕਾਨੂੰਨੀ ਅੜਚਨਾਂ ਸਾਰੀਆਂ ਹਾਈ ਕੋਰਟ ਦੇ ਵਿੱਚ ਦੂਰ ਕਰਕੇ, ਤੇ ਜਿਹੜਾ ਵੀ ਕਿਸੇ ਵੀ ਧਿਰ ਦੇ ਦੀ ਕੋਈ ਜ਼ਿੰਮੇਵਾਰੀ ਬਣਦੀ ਹੈ, ਉਹ 25 ਕਿੱਲੇ ਅਸੀਂ ਉਸ ਕੇਸ ਦੇ ਵਿੱਚੋਂ, ਡਿਸਪਿਊਟਡ ਕੇਸ ਵਿੱਚੋਂ ਕੱਢਣ ਵਾਸਤੇ ਸਰਕਾਰ ਨੂੰ ਦੇਣ ਵਾਸਤੇ ਤਿਆਰ ਹੋਏ ਹਾਂ। ਤੇ ਇਹ ਜਿਹੜੀ ਤੁਸੀਂ ਕਿਹਾ ਕਿ ਇੰਨੀ ਦੇਰ ਕਿਉਂ ਹੋਈ, ਉਹ ਦੇਰ ਤਾਂ ਸਰਕਾਰ ਨੇ ਹੀ ਗਲਤ ਸਟੈਪ ਲਿੱਤਾ ਸੀ। ਅਜੇ ਵੀ ਅਸੀਂ ਅੱਜ ਸਰਕਾਰ ਨੂੰ ਫੇਰ ਬੇਨਤੀ ਕੀਤੀ ਹੈ ਕਿ ਅਸੀਂ ਕਾਲਜ ਬਣਾਉਣ ਦੇ ਸਾਰਾ ਜ਼ਿਲ੍ਹਾ ਹੀ ਹੱਕ 'ਚ ਹੈ, ਧਿਰਾਂ ਨਹੀਂ, ਸਾਰਾ ਜ਼ਿਲ੍ਹਾ, ਸਾਰੀ ਸੰਗਤ ਹੱਕ 'ਚ ਹੈ। ਤੇ ਲੇਕਿਨ ਜਿਹੜੀਆਂ ਕਾਨੂੰਨੀ ਅੜਚਨਾਂ ਨੇ ਉਹਨਾਂ ਨੂੰ ਦੂਰ ਕਰਕੇ, ਕੋਰਟ ਦੇ ਵਿੱਚ ਕੇਸ ਹੈ, ਸਟੇ ਹੈ, ਉਹਨੂੰ ਸਾਰੀਆਂ ਨੂੰ ਖਤਮ ਕਰਕੇ ਤੇ ਅਸੀਂ ਉਹ 25 ਕਿੱਲੇ ਉਸ ਕੇਸ 'ਚੋਂ ਬਾਹਰ ਕੱਢੇ ਜਾਣ। ਤੇ ਬਾਕੀ ਜਿਹੜਾ ਕਾਨੂੰਨੀ ਕਿਸੇ ਦਾ ਕੋਈ ਕਿਸੇ ਧਿਰ ਦਾ ਹੱਕ ਬਣਦਾ ਹੈ, ਉਹਦੇ ਉੱਤੇ ਕੋਰਟ ਆਪੀ ਫੈਸਲਾ ਕਰਦਾ ਰਹੇ। ਤੇ ਉਸ ਤੋਂ ਪਹਿਲਾਂ ਜਿਹੜਾ ਜਿੰਨਾ ਚਿਰ ਇਸ ਨੂੰ ਟਾਈਮ ਲੱਗਦਾ ਹੈ, ਅਸੀਂ ਅੱਜ ਇਹ ਵੀ ਬੇਨਤੀ ਕੀਤੀ ਹੈ, ਅਸੀਂ ਟਰਸਟ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਕੋਲ ਸਫੀਸ਼ੀਐਂਟ ਬਿਲਡਿੰਗ ਹੈ ਤੇ ਬਹੁਤ ਵੱਡਾ ਹੋਸਟਲ ਹੈ, ਬਹੁਤ ਵੱਡੀਆਂ ਕਲਾਸਰੂਮ ਨੇ, ਸਾਰਾ ਜਿਹੜਾ ਇਨਫਰਾਸਟ੍ਰਕਚਰ ਸਾਰਾ ਮਤਲਬ ਇਹਨਾਂ ਕੋਲ ਪੂਰਾ ਹੈਗਾ ਇਸ ਕਾਲਜ ਨੂੰ ਚਲਾਉਣ ਲਈ। ਤੇ ਜਿਵੇਂ ਇਹਨਾਂ ਨੇ, ਸਰਕਾਰ ਨੇ ਐਲਾਨ ਕੀਤਾ ਹੈ ਕਿ ਸੈਸ਼ਨ ਅਸੀਂ ਸ਼ੁਰੂ ਕਰਾਂਗੇ, ਉਹ ਤੇ ਉਸ ਬਿਲਡਿੰਗ ਨੂੰ ਲੈ ਕੇ ਟਰਸਟ ਤੋਂ ਇਹ ਫੈਸਲਾ ਹੋਇਆ ਕਿ ਉਹ ਸਰਕਾਰ ਆਪਣੀਆਂ ਕਲਾਸਾਂ ਸ਼ੁਰੂ ਕਰੇ ਤੇ ਹਾਈ ਕੋਰਟ ਚੋਂ ਜਿਹੜੀਆਂ ਕਾਨੂੰਨੀ ਅੜਚਨਾਂ ਨੇ ਉਸ ਨੂੰ ਦੂਰ ਕਰਾ ਕੇ ਇਹ ਜ਼ਮੀਨ ਉੱਤੇ ਹੀ ਬਣਾਇਆ ਜਾਵੇ। ਸਾਨੂੰ ਕੋਈ ਇਤਰਾਜ਼ ਨਹੀਂ। ਇਸ ਤੋਂ ਪਹਿਲਾਂ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ 17 ਜਨਵਰੀ ਨੂੰ ਸੁਤੰਤਰ ਭਵਨ ਸੰਗਰੂਰ ਦੇ ਵਿੱਚ ਕੀਤੀ ਸੀਗੀ, ਕਿਉਂਕਿ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਵੀ ਮੈਡੀਕਲ ਕਾਲਜ ਮਸਤੂਆਣਾ ਸਾਹਿਬ ਵਿਖੇ ਬਣਾਉਣ ਦਾ ਜਿਹੜਾ ਮਸਲਾ ਹੈਗਾ, ਇਹ ਕਾਫੀ ਪ੍ਰੈਸ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ ਹੈਗਾ ਤੇ ਸਾਰੇ ਹੀ ਇਸ ਕਾਲਜ ਨੂੰ ਇੱਥੇ ਬਣਾਉਣਾ ਚਾਹੁੰਦੇ ਆ, ਪਰ ਕੁਝ ਆਪਸੀ ਮਤਭੇਦਾਂ ਕਰਕੇ ਇਹ
ਲੰਬਾ ਪੈਂਦਾ ਰਿਹਾ ਇਸ਼ੂ ਆ ਜਿਹੜਾ, ਉਹਨੂੰ ਹੱਲ ਕਰਨ ਦੇ ਖਾਤਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਪਹਿਲ ਕਦਮੀ ਕੀਤੀ। 17/1/2023 ਨੂੰ ਮੀਟਿੰਗ ਕੀਤੀ ਔਰ ਉਹ 'ਚ ਫੈਸਲਾ ਕੀਤਾ ਵੀ ਇਸ ਮਸਲੇ ਦੇ ਨਾਲ ਜਿਹੜੀਆਂ ਸੰਬੰਧਿਤ ਧਿਰਾਂ ਨੇ ਉਹਨਾਂ ਸਾਰੀਆਂ ਨੂੰ ਮਿਲਿਆ ਜਾਵੇ। ਤੇ ਸਭ ਤੋਂ ਪਹਿਲਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵੀ ਮੁਅੱਜ਼ਜ਼ ਅਹੁਦੇਦਾਰ ਸੀਗੇ ਔਰ ਜ਼ਿਲ੍ਹੇ ਦੇ, ਉਹਨਾਂ ਦੇ ਵਿੱਚ ਸਰਦਾਰ ਬਲਦੇਵ ਸਿੰਘ ਮਾਨ ਜੀ ਸਾਬਕਾ ਮੰਤਰੀ, ਜਿਹੜੇ ਕੋਰ ਕਮੇਟੀ ਦੇ ਵੀ ਮੈਂਬਰ ਨੇ ਅਕਾਲੀ ਦਲ ਬਾਦਲ ਦੇ, ਗੋਬਿੰਦ ਸਿੰਘ ਜੀ ਲੌਂਗੋਵਾਲ ਜਿਹੜੇ ਪ੍ਰਬੰਧਕ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਵੀ ਨੇ ਔਰ ਇਹ ਸਾਬਕਾ ਪ੍ਰਧਾਨ ਵੀ ਨੇ SGPC ਦੇ, ਔਰ ਤੇਜਾ ਸਿੰਘ ਜੀ ਕਮਾਲਪੁਰ ਜਿਨ੍ਹਾਂ ਦੇ ਮਤਲਬ ਪਤਨੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਇਹ ਆਪਣੇ ਜ਼ਿਲ੍ਹੇ ਸੰਗਰੂਰ ਦੇ ਅਕਾਲੀ ਦਲ ਬਾਦਲ ਦੇ ਸਾਬਕਾ ਪ੍ਰਧਾਨ ਵੀ ਨੇ। ਇਹਨਾਂ ਨੂੰ ਅਸੀਂ ਮਤਲਬ ਮਿਲੇ ਔਰ ਇਹਦੇ ਵਿੱਚ ਕੁਝ ਗੱਲਾਂ ਅਸੀਂ ਤੈਅ ਕੀਤੀਆਂ। ਇਹ 4/2/2023 ਨੂੰ ਮਿਲੇ ਅਸੀਂ ਔਰ ਉਸ ਤੋਂ ਬਾਅਦ ਫਿਰ ਅਗਲੀ ਮੀਟਿੰਗ ਆ ਜਿਹੜੀ ਉਹ ਅਸੀਂ ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਦੇ ਅਹੁਦੇਦਾਰਾਂ ਨਾਲ ਰੱਖੀ ਤੇ ਉਹ ਮੀਟਿੰਗ 8/2/2023 ਨੂੰ ਰੱਖੀ। ਉਹਦੇ ਵਿੱਚ ਸਰਦਾਰ ਜਸਵੰਤ ਸਿੰਘ ਜੀ ਖਹਿਰਾ ਔਰ ਉਸ ਦੇ ਵਿੱਚ ਸਰਦਾਰ ਗੁਰਜੰਟ ਸਿੰਘ ਜੀ ਦੁੱਗਾ ਔਰ ਮਨਜੀਤ ਸਿੰਘ ਜੀ ਜਿਨ੍ਹਾਂ ਨੂੰ ਆਪਾਂ ਕੁੱਕੀ ਕੋਚ ਦੇ ਨਾਂ ਨਾਲ ਜਾਣਦੇ ਹਾਂ ਉਹ ਹਾਜ਼ਰ ਆਏ। ਉਹਦੇ ਵਿੱਚ ਕੁਝ ਗੱਲਾਂ ਉਹਨਾਂ ਨਾਲ ਅਸੀਂ ਤੈਅ ਕੀਤੀਆਂ ਔਰ 9 ਤਾਰੀਖ ਨੂੰ ਅਸੀਂ ਪ੍ਰਬੰਧਕ ਕਮੇਟੀ ਆ ਜਿਹੜੀ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਉਹਨਾਂ ਨਾਲ ਮੀਟਿੰਗ ਕੀਤੀ। ਉਹਦੇ ਵਿੱਚੋਂ ਬਾਬਾ ਦਰਸ਼ਨ ਸਿੰਘ ਜੀ ਖੜੇ ਆ ਤੇ ਮਾਸਟਰ ਜਸਵੰਤ ਸਿੰਘ ਜੀ ਹੈਗੇ ਆ, ਇਹ ਹਾਜ਼ਰ ਆ ਤੇ ਇਹਨਾਂ ਦੇ ਹੋਰ ਮੈਂਬਰ ਹਾਜ਼ਰ ਸੀਗੇ। ਇਹਨਾਂ ਨਾਲ ਮੀਟਿੰਗ ਕੀਤੀ ਤੇ ਕੁਝ ਗੱਲਾਂ ਇਹਨਾਂ ਨਾਲ ਡਿਸਕਸ ਕੀਤੀਆਂ। ਉਸ ਤੋਂ ਬਾਅਦ ਫਿਰ ਵੀ ਕੁਝ ਮੀਟਿੰਗਾਂ ਕੀਤੀਆਂ। 17/2 ਨੂੰ ਕੀਤੀ, 18 ਨੂੰ ਹੋਈ, ਫਿਰ 19 ਨੂੰ ਅਸੀਂ ਸਾਰੀਆਂ ਧਿਰਾਂ ਨੇ ਇੱਕ ਸਾਂਝੀ ਮੀਟਿੰਗ ਕੀਤੀ ਔਰ 19/2 ਦੀ ਮੀਟਿੰਗ ਦੇ ਵਿੱਚ ਸਾਰੀਆਂ ਧਿਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਔਰ ਪ੍ਰਬੰਧਕ ਕਮੇਟੀ ਗੁਰਦੁਆਰਾ ਅੰਗੀਠਾ ਸਾਹਿਬ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆਂ ਧਿਰਾਂ ਦੇ ਨੁਮਾਇੰਦੇ ਆ ਜਿਹੜੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਤੇ ਉਹਦੇ ਵਿੱਚ ਅਸੀਂ ਫੈਸਲਾ ਜਿਹੜਾ ਕੀਤਾ ਹੈ ਉਹ ਕੀਤਾ ਵੀ ਸਾਰੀਆਂ ਧਿਰਾਂ, ਸਭ ਤੋਂ ਪਹਿਲਾਂ ਸਾਡਾ ਮਸਲਾ ਸੀ ਜਿਹੜਾ ਵੀ ਅਸੀਂ ਸਾਰੇ ਇਸ ਗੱਲ ਤੇ ਸਹਿਮਤ ਹਾਂ ਵੀ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਂ ਤੇ ਇਹ ਮੈਡੀਕਲ ਕਾਲਜ ਜਲਦੀ ਤੋਂ ਜਲਦੀ ਬਣਨਾ ਚਾਹੀਦਾ ਹੈਗਾ। ਇਹਦੇ ਉੱਤੇ ਸਾਰਿਆਂ ਦੀ ਸਹਿਮਤੀ ਸੀ। ਦੂਸਰਾ ਸਾਡਾ ਇਹਦੇ ਉੱਤੇ ਸਹਿਮਤੀ ਬਣੀ ਵੀ ਇਹ ਜਿਹੜਾ ਕਾਲਜ ਆ ਇਹਦੇ ਲਈ ਕਲਾਸਾਂ ਨੇ ਜਿਹੜੀਆਂ 2023-24 ਦੇ ਸੈਸ਼ਨ ਦੇ ਲਈ ਇਹ ਜਲਦੀ ਤੋਂ ਜਲਦੀ ਇਸ ਸੈਸ਼ਨ ਤੋਂ ਹੀ ਸਟਾਰਟ ਹੋਣੀਆਂ ਚਾਹੀਦੀਆਂ ਨੇ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਮਿਲ ਕੇ ਇਹ ਜਿਹੜੀਆਂ ਕਲਾਸਾਂ ਨੇ ਇਹ ਚਾਲੂ ਕਰਨ ਦੇ ਲਈ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਹ ਹਾਂ ਤੇ ਉਸ ਤੋਂ ਬਾਅਦ ਅਸੀਂ ਇਸ ਗੱਲ ਦੇ ਉੱਤੇ ਵੀ ਸਾਰਿਆਂ ਦੀ ਸਹਿਮਤੀ ਆ ਵੀ ਇਹ ਕਲਾਸਾਂ ਨੇ ਜਿਹੜੀਆਂ ਕਿੱਥੇ ਸ਼ੁਰੂ ਹੋਣ ਤਾਂ ਸਾਨੂੰ ਮਤਲਬ ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਆਫਰ ਕੀਤੀ ਸੀ ਵੀ ਬੀਐਡ ਕਾਲਜ ਦੀ ਜਿਹੜੀ ਬਿਲਡਿੰਗ ਹੈ, ਸਾਡੇ ਕੋਲੇ ਹੋਸਟਲ ਹੈ, ਸਾਡੇ ਕੋਲੇ ਮੈਸ ਹੈ ਔਰ ਇਸ ਜਗ੍ਹਾ ਦੇ ਉੱਤੇ ਅਸੀਂ ਇਹ ਪ੍ਰੋਵਾਈਡ ਕਰਾਉਣ ਨੂੰ ਤਿਆਰ ਹਾਂ ਤੇ ਅਸੀਂ ਮਤਲਬ ਸਹਿਮਤੀ ਬਣੀ ਆ ਸਾਰੀਆਂ ਧਿਰਾਂ ਦੀ ਵੀ ਇਸ ਬਿਲਡਿੰਗ ਦੇ ਵਿੱਚ ਜੋ ਬੀਐਡ ਕਾਲਜ ਦੀ ਬਿਲਡਿੰਗ ਆ ਗੁਰਸਾਗਰ ਟਰੱਸਟ ਮਸਤੂਆਣਾ ਵੱਲੋਂ ਤਜਵੀਜ਼ ਕੀਤੀ ਗਈ ਆ, ਇਹ ਇਸੇ ਸਾਲ ਤੋਂ ਕਲਾਸਾਂ ਇਸ ਜਗ੍ਹਾ ਦੇ ਉੱਤੇ ਸ਼ੁਰੂ ਕੀਤੀਆਂ ਜਾਣ। ਤੀਸਰੀ ਸਾਡੀ ਮਤਲਬ ਸਹਿਮਤੀ ਇਸ ਗੱਲ ਤੇ ਬਣੀ ਆ। ਚੌਥੀ ਸਹਿਮਤੀ ਸਾਡੀ ਇਸ ਗੱਲ ਤੇ ਬਣੀ ਆ ਵੀ 25 ਏਕੜ ਜ਼ਮੀਨ ਜਿਹੜੀ ਤਜਵੀਜ਼ਤ ਆ ਜਿਹਦੇ ਉੱਤੇ ਨੀਂਹ ਪੱਥਰ ਰੱਖਿਆ ਗਿਆ ਹੈ ਆਲਰੇਡੀ, ਇਹ ਮੈਡੀਕਲ ਕਾਲਜ ਉਸ 25 ਏਕੜ ਦੇ ਵਿੱਚ ਹੀ ਬਣਨਾ ਚਾਹੀਦਾ ਔਰ ਸਾਰੀਆਂ ਧਿਰਾਂ ਇਹਦੇ ਉੱਤੇ ਸਹਿਮਤ ਨੇ, ਕੋਈ ਆਪਸ ਦੇ ਵਿੱਚ ਰੌਲਾ ਨਹੀਂ ਰਿਹਾ। ਉਸ ਤੋਂ ਅਗਲੀ ਸਾਡੀ ਸਹਿਮਤੀ ਬਣੀ ਆ ਵੀ ਇਸ ਜ਼ਮੀਨ ਦੇ ਸੰਬੰਧ ਦੇ ਵਿੱਚ ਜਿਹੜੀਆਂ ਸੰਬੰਧਿਤ ਧਿਰਾਂ ਨੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਗੁਰਸਾਗਰ ਟਰੱਸਟ ਮਸਤੂਆਣਾ ਸਾਹਿਬ ਆ ਜਾਂ ਪ੍ਰਬੰਧਕ ਕਮੇਟੀ ਅੰਗੀਠਾ ਸਾਹਿਬ ਆ, ਇਹਨਾਂ ਦਾ ਆਦਰਨੀਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਔਰ ਉਸ ਕੇਸ ਦੇ ਵਿੱਚ ਸਹਿਮਤੀ ਨਾਲ ਇਹ 25 ਏਕੜ ਜਿਹੜੀ ਜ਼ਮੀਨ ਆ ਜਿੱਥੇ ਕਾਲਜ ਦੀ ਉਸਾਰੀ ਹੋਣੀ ਆ, ਇਹ ਅਸੀਂ ਕੋਰਟ ਨੂੰ ਹਾਈ ਕੋਰਟ ਨੂੰ ਬੇਨਤੀ ਕਰਾਂਗੇ ਵੀ ਇਹ 25 ਏਕੜ ਜ਼ਮੀਨ ਨੂੰ ਉਸ ਕੇਸ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਕਿ ਇੱਥੇ ਜਲਦੀ ਤੋਂ ਜਲਦੀ ਉਸਾਰੀ ਆ ਜਿਹੜੀ ਹੋ ਸਕੇ। ਇਹ ਤਾਂ ਸੀ ਐਜੀਪੀਸੀ ਦੇ ਸਾਬਕਾ ਪ੍ਰਧਾਨ ਲੌਂਗੋਵਾਲ
ਜਿਨ੍ਹਾਂ ਨੇ ਐਸਜੀਪੀਸੀ ਵੱਲੋਂ ਆਪਣੀ ਇਹ ਵਾਈਟ ਦਿੱਤੀ ਆ। ਤੇ ਹੁਣ ਗੱਲ ਕਰ ਲੈਂਦੇ ਆ ਮਸਤੂਆਣਾ ਗੁਰਦੁਆਰਾ ਸਾਹਿਬ ਦੇ ਟਰਸਟੀ ਮੈਂਬਰਾਂ ਦਾ ਕਿ ਉਹਨਾਂ ਦਾ ਇਸ ਉੱਤੇ ਕੀ ਕਹਿਣਾ ਹੈ। ਕੀ ਨਾਮ ਹੈ? ਬਾਬਾ ਦਰਸ਼ਨ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਅੰਗੀਠਾ ਸਾਹਿਬ, ਮਸਤੂਆਣਾ ਸਾਹਿਬ। ਬਾਬਾ ਜੀ, ਅੱਜ ਮੈਡੀਕਲ ਜ਼ਮੀਨ ਕਾਲਜ ਦੀ ਜ਼ਮੀਨ ਨੂੰ ਲੈ ਕੇ ਕੀ ਸਹਿਮਤੀ ਬਣੀ ਹੈ? ਕੀ ਮਸਲਾ ਜਿਹੜਾ ਹੁਣ ਅੱਜ ਤੱਕ ਸਾਹਮਣੇ ਆਏਗਾ ਸਾਰਾ? ਸਹਿਮਤੀ ਤਾਂ ਹੁਣ ਤਿੰਨੇ ਤਰ੍ਹਾਂ ਸਹਿਮਤ ਹੋ ਗਈਆਂ। ਪਹਿਲਾਂ ਉਹ ਧਿਰ ਕਹਿੰਦੀ ਸਾਡੀ ਆ ਜ਼ਮੀਨ, ਉਹ ਧਿਰ ਕਹਿੰਦੀ ਸਾਡੀ ਆ ਜ਼ਮੀਨ। ਅਸੀਂ ਅੰਗੀਠਾ ਸਾਹਿਬ ਵਾਲੇ ਕਹਿੰਦੇ ਸਾਡੀ ਹੈ। ਅਸੀਂ ਇਹ ਇਲਾਕੇ ਦੀ ਸਹੂਲਤ ਖਾਤਰ ਦਿੱਤੀ ਸੀ ਵੀ ਮੈਡੀਕਲ ਕਾਲਜ ਇੱਥੇ ਬਣੇ, ਇਲਾਕੇ ਨੂੰ ਸਹੂਲਤ। ਸਾਡਾ ਇਲਾਕਾ ਪਛੜਿਆ ਹੋਇਆ ਪੁਰਾਣਾ, ਤੇ ਹੁਣ ਉਹਨਾਂ ਨੇ ਡਿੱਕਾ ਲਾਤਾ ਸੀਗਾ, ਇਲਾਕੇ ਦੀ ਸੰਗਤ ਦਾ ਪ੍ਰੈਸ਼ਰ ਪੈ ਗਿਆ। ਹੁਣ ਉਹ ਸਹਿਮਤ ਹੋ ਗਈਆਂ, ਤਿੰਨੇ ਤਰ੍ਹਾਂ ਸਹਿਮਤ ਨੇ ਸਾਡੇ ਨਾਲ। ਠੀਕ ਹੈ, ਕੀ ਸਹਿਮਤੀ ਬਣੀ ਹੁਣ ਕਿਸ ਚੀਜ਼ ਨੂੰ ਲੈ ਕੇ? ਹੁਣ ਤਾਂ ਉਹਨਾਂ ਨੇ ਕਰੀਆ ਕਿ ਵੀ ਜਿਹੜੇ 25 ਏਕੜ ਜ਼ਮੀਨ ਹੈ, ਇਹ ਅਸੀਂ ਇਹਦੇ ਤੇ ਕੋਈ ਰੌਲਾ ਨਹੀਂ ਕਰਦੇ। ਜਿਹੜਾ ਦੂਜਾ ਪਹਿਲਾਂ ਪੁਰਾਣਾ ਕੇਸ ਆ ਉਹ ਜ਼ਮੀਨ ਚੱਲੀ ਜਾਊਗਾ। ਇਹ 25 ਏਕੜ ਜ਼ਮੀਨ ਨੂੰ ਕੇਸ ਚੋਂ ਬਾਹਰ ਰੱਖਿਆ ਜਾਊਗਾ। ਤੁਸੀਂ ਟਰਸਟੀ ਨੂੰ ਵੀ ਸੁਣ ਲਿਆ ਹੈ, ਪਰ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਪੂਰੀ ਜਾਣਕਾਰੀ ਦੇ ਰਹੇ ਆ ਕਿ ਕਿਸ ਤਰੀਕੇ ਨਾਲ ਸਮਝੌਤਾ ਹੋਇਆ ਸਰਕਾਰ ਦੇ ਲਈ। ਹੁਣ ਦੋਨੋਂ ਪਾਰਟੀਆਂ ਸਹਿਮਤ ਨੇ, ਸਰਕਾਰ ਵੀ ਸਮਝੌਤੇ 'ਚ ਆ ਤੇ ਹੁਣ ਇੱਥੇ ਮੈਡੀਕਲ ਕਾਲਜ ਉਸਾਰਿਆ ਜਾਵੇਗਾ। ਅੱਜ ਮੇਰੇ ਕੋਲੇ ਐਸਜੀਪੀਸੀ ਦੇ ਨੁਮਾਇੰਦੇ, ਅੰਗੀਠਾ ਸਾਹਿਬ ਦੇ ਬਾਬਾ ਦਰਸ਼ਨ ਸਿੰਘ ਜੀ, ਗੁਰਸਾਗਰ ਟਰਸਟ ਦੇ ਨੁਮਾਇੰਦੇ, ਇਹ ਸਾਰੇ ਅੱਜ ਮੇਰੇ ਕੋਲੇ ਆਏ ਸੀ। ਇਹਨਾਂ ਨੇ ਅੱਜ ਇੱਕ ਜੁਆਇੰਟ ਰਿਪਰੈਜ਼ੈਂਟੇਸ਼ਨ ਦਿੱਤੀ ਹੈ, ਜਿਹਦੇ ਵਿੱਚ ਇਹਨਾਂ ਨੇ 4-5 ਨੁਕਤੇ ਇੱਥੇ ਲਿਖੇ ਨੇ। ਉਹਦੇ 'ਚ ਮੇਨ ਗੱਲ ਇਹਨਾਂ ਨੇ ਜਿਹੜੀ ਮੁੱਢਲੀ ਗੱਲ ਹੈ ਉਹ ਇਹ ਕਹੀ ਹੈ ਕਿ ਜਿੰਨੇ ਵੀ ਇਹ ਜੋ ਕੋਰਟ ਕੇਸ ਚੱਲ ਰਿਹਾ ਹੈ, ਇੱਥੇ ਇੱਕ ਤਾਂ ਸਾਰੀ ਤਰ੍ਹਾਂ ਇਸ ਗੱਲ ਨੂੰ ਐਗਰੀ ਕਰਦੀ ਹੈ ਕਿ ਇੱਥੇ ਕਾਲਜ ਬਣਨ, ਮੈਡੀਕਲ ਕਾਲਜ ਤਾਂ ਸਾਰੀ ਇੱਥੇ ਹੀ ਹੋਣੀ ਚਾਹੀਦੀ ਹੈ ਜਿੱਥੇ 25 ਏਕੜ ਜਿੱਥੇ ਨੀਂਹ ਪੱਥਰ ਰੱਖਿਆ ਗਿਆ ਹੈ। ਤੇ ਇਸ ਬਾਬਤ ਇਹਨਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਉਹਦੇ ਵਿੱਚੋਂ ਇਹ 25 ਏਕੜ ਨੂੰ ਐਕਸਕਲੂਡ ਕਰਾਉਣਗੇ। ਇਹਦੇ ਬਾਰੇ ਜਿਹੜੀ ਹੈਗੀ ਐਪਲੀਕੇਸ਼ਨ ਮੂਵ ਕਰਨਗੇ। ਇਹਨਾਂ ਦੇ ਨਾਲ ਗੱਲ ਹੋਈ, ਧਿਆਨ 'ਚ ਇਹਨਾਂ ਦੇ ਲਾਇਆ ਗਿਆ ਕਿ ਜੀ 10 ਮਈ ਨੂੰ ਜਿਹੜੀ ਹੈਗੀ ਅਗਲੀ ਡੇਟ ਹੈ, ਤੇ ਇਹਨੂੰ ਜੇਕਰ ਆਪਾਂ ਛੇਤੀ ਨਿਬੇੜਨਾ ਹੈਗਾ ਤਾਂ ਫੌਰੀ ਤੌਰ ਤੇ ਕੋਰਟ ਦੇ ਵਿੱਚ ਸਾਨੂੰ ਐਪਲੀਕੇਸ਼ਨ ਮੂਵ ਕਰਨੀ ਚਾਹੀਦੀ ਹੈ ਅਰਲੀ ਹੀਅਰਿੰਗ ਵਾਸਤੇ, ਜਿੱਥੇ ਇਸ ਗੱਲ ਦਾ ਛੇਤੀ ਨਿਪਟਾਰਾ ਹੋ ਸਕਣ। ਇਸ ਦੇ ਬਾਬਤ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੋਰਟ ਦੇ ਵਿੱਚ ਇਹ ਐਪਲੀਕੇਸ਼ਨ ਮੂਵ ਕਰਨਗੇ। ਇੱਕ ਤਾਂ ਜਿਹੜੇ ਹੈਗੇ ਐਡਵਾਂਸ ਹੀਅਰਿੰਗ ਦੀ, ਸੈਕਿੰਡ ਕਿ ਸਾਰੇ ਧਿਰਾਂ ਸਹਿਮਤ ਹੈਗੀਆਂ ਤੇ 25 ਏਕੜ ਜਿਹੜੀ ਜ਼ਮੀਨ ਹੈ ਜਿੱਥੇ ਨੀਂਹ ਪੱਥਰ ਰੱਖਿਆ ਗਿਆ ਮਾਨਯੋਗ ਮੁੱਖ ਮੰਤਰੀ ਦੁਆਰਾ, ਉਹ ਜ਼ਮੀਨ ਡਿਸਪਿਊਟਡ ਪ੍ਰਾਪਰਟੀ ਚੋਂ ਕੱਢ ਲਿਆ ਜਾਣ। ਉੱਥੇ ਸਾਰੇ ਦੀ ਸਹਿਮਤੀ ਹੈ ਕਿ ਇੱਥੇ ਮੈਡੀਕਲ ਕਾਲਜ ਬਣਨ। ਦੂਜਾ ਇਹਨਾਂ ਨੇ ਕਿਹਾ ਹੈ ਕਿ ਟ੍ਰਾਂਜ਼ਿਟ ਕੈਂਪਸ ਵਾਸਤੇ ਜਿਹੜਾ ਹੈ ਇੱਥੇ ਬੀਐਡ ਕਾਲਜ ਚੱਲ ਰਿਹਾ, ਉੱਥੇ ਇਨਫਰਾਸਟ੍ਰਕਚਰ ਪੂਰਾ ਹੈ, ਕਲਾਸਿਸ ਹੈ ਪਲੱਸ ਹੌਸਟਲ ਹੈ, ਤੇ ਉਹ ਫੈਸਿਲਿਟੀ ਟ੍ਰਾਂਜ਼ਿਟ ਕੈਂਪਸ ਵਾਸਤੇ ਮੈਡੀਕਲ ਕਾਲਜ ਚਲਾਉਣ ਵਾਸਤੇ ਦੇਣ ਨੂੰ ਤਿਆਰ ਹੈ। ਇਹ ਸਾਰੇ ਪੁਆਇੰਟਸ ਇਹਨਾਂ ਨੇ ਅੱਜ ਲਿਖਤੀ ਤੌਰ ਤੇ ਦਿੱਤੇ ਹੈਗੇ। ਇਹਨਾਂ ਦਾ ਰਿਪਰੈਜ਼ੈਂਟੇਸ਼ਨ ਜਿਹੜਾ ਹੈਗਾ ਉਹ ਅੱਜ ਸਰਕਾਰ ਨੂੰ ਭੇਜਤਾ ਜਾਵੇਗਾ ਤੇ ਹਾਇਰ ਅਫਸਰ ਧਿਆਨ 'ਚ ਗੱਲ ਆਂਦੀ ਜਾਊਗੀ ਕਿ ਇਹ ਜਿਹੜੇ ਹੈਗੇ ਲੇਟੈਸਟ ਡਿਵੈਲਪਮੈਂਟ ਹੋਏ ਆ ਤੇ ਇਹਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਲਾਸਿਸ ਨੂੰ ਲੈ ਕੇ ਲੱਗਦਾ ਕਿ ਹਾਂ ਟਾਈਮ ਸ਼ਾਰਟ ਰਹਿ ਗਿਆ ਕਿ ਸਾਰੇ ਜਿਹੜੀ ਫਾਰਮੈਲਿਟੀਜ਼ ਨੇ ਪੂਰੀਆਂ ਹੋ ਜਾਣਗੀਆਂ? ਜੀ, ਜਿਹੜਾ ਇਹ ਟਾਈਮ ਹੈ ਇਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਨਾਲ ਮੈਟਰ ਟੇਕ ਅਪ ਕੀਤਾ ਜਾਵੇਗਾ। ਐਨਐਮਸੀ ਜਿਹੜੀ ਹੈਗੀ ਨੈਸ਼ਨਲ ਮੈਡੀਕਲ ਕਮਿਸ਼ਨ, ਉਹ ਇਹਦੇ ਤੇ ਫੈਸਲਾ ਲੈਣਗੀਆਂ। ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਇਸ ਸੈਸ਼ਨ ਦੇ ਵਿੱਚ ਸ਼ੁਰੂ ਹੋ ਗਿਆ ਤਾਂ ਫਿਰ ਇਸ ਤੋਂ ਵਧੀਆ ਕੋਈ ਗੱਲ ਨਹੀਂ ਹੈ, ਨਹੀਂ ਤਾਂ ਨੈਕਸਟ ਸੈਸ਼ਨ ਦਾ ਡੈਫੀਨਿਟਲੀ ਆਪਾਂ ਇਸ ਸੋ ਤਿੰਨਾਂ ਨੂੰ ਤੁਸੀਂ ਖੁਦ ਸੁਣ ਲਿਆ। ਹੁਣ ਪਰ ਆਮ ਲੋਕਾਂ ਦੀ ਜਿੱਥੇ ਗੱਲ ਕੀਤੀ ਜਾਵੇ, ਉਹਨਾਂ ਦੇ ਅੰਦਰ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਹਨਾਂ ਦੇ ਇਲਾਕੇ ਨੂੰ ਹੁਣ ਕਾਲਜ ਮਿਲਣ ਜਾ ਰਿਹਾ, ਇੱਕ ਮੈਡੀਕਲ ਕਾਲਜ ਜਿੱਥੇ ਬੱਚੇ ਪੜ੍ਹ ਵੀ ਸਕਣਗੇ ਤੇ ਉਹਨਾਂ ਦਾ ਇਲਾਜ ਵੀ ਹੋ ਪਾਵੇਗਾ। ਲੋਕਾਂ ਵੱਲੋਂ ਲੱਡੂ ਵੀ ਵੰਡੇ ਜਾ ਰਹੇ, ਮਠਿਆਈਆਂ ਵੰਡ ਕੇ ਖੁਸ਼ੀ ਦਾ ਇਜ਼ਹਾਰ ਵੀ ਕੀਤਾ ਗਿਆ ਹੈ। ਮੇਰਾ ਨਾਮ ਮਨਦੀਪ ਸਿੰਘ ਹੈ ਜੀ, ਕਿਵੇਂ ਦੇਖਦੇ ਹੋ ਕਿੰਨਾ ਟਾਈਮ ਹੋ ਗਿਆ ਜਿਹੜਾ ਧਰਨਾ ਤੁਹਾਡਾ ਚੱਲ ਰਿਹਾ ਸੀਗਾ? ਇਹਨੂੰ ਲਗਾਤਾਰ ਅਸੀਂ 83 ਦਿਨ ਗੋਬਿੰਦ ਸਿੰਘ ਲੌਂਗੋਵਾਲ ਦੀ ਕੋਠੀ ਦੇ ਅੱਗੇ ਲਾ ਕੇ ਰੱਖਿਆ ਸੀਗਾ। ਠੀਕ ਹੈ, ਅੱਜ ਕੀ ਨਤੀਜਾ ਆਇਆ ਸਾਹਮਣੇ? ਅੱਜ ਨਤੀਜਾ ਜੀ ਦੇਖੋ, 83 ਦਿਨਾਂ ਦਾ ਰਿਜ਼ਲਟ ਆਇਆਗਾ, ਉਹ ਬੜਾ ਖੁਸ਼ੀ ਦਾ ਦਿਨ ਬਣਿਆਗਾ ਕਿਉਂਕਿ ਸਫਲਤਾਪੂਰਵਕ ਸਾਡੀ ਜਿੱਤ ਹੋਈ ਹੈ। ਲੋਕਾਂ ਦੀ, ਆਮ ਲੋਕ ਇਸ ਸੰਘਰਸ਼ ਨੂੰ ਲੜ ਰਹੇ ਸੀਗੇ। ਠੀਕ ਹੈ, ਅੱਜ ਖੁਸ਼ੀ ਆ ਪੂਰੀ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਕਿਉਂਕਿ ਜਿਹੜੀ ਕਾਗਜ਼ਾਂ ਦੀ ਲੜਾਈ ਸੀ, ਅਸੀਂ ਕਾਗਜ਼ੀ ਲੜਾਈ ਜਿੱਤੀ ਆ ਕਿਉਂਕਿ ਅਸੀਂ ਕੋਈ ਝੂਠ ਮੋੜ ਦੀ ਲੜਾਈ ਨਹੀਂ ਸੀ। ਕਿਉਂਕਿ ਉਹ ਆਪ ਮੰਨਿਆਗੇ ਵੀ ਜਿਹੜਾ ਇਹ ਵਾਹਨ ਹੈ ਉਹ ਗੁਰਦੁਆਰਾ ਅੰਗੀਠਾ ਸਾਹਿਬ ਦਾ, ਜਿੱਤੇ ਸਾਹਿਬ ਨੇ ਸਾਲ ਭਰ ਦੇ ਵਿੱਚ ਕਾਲਜ ਬਣਾਉਣ ਦੀ ਗੱਲ ਕਹੀ ਸੀ, ਲੱਗਦਾ ਹੁਣ ਵੀ ਆਸ ਹੈ ਕਿ ਵੀ ਬਣ ਜੂਗਾ? ਦੇਖੋ ਜੀ, ਅੱਜ ਅਸੀਂ 83 ਦਿਨਾਂ ਬਾਅਦ ਜਿਹੜਾ ਸੰਘਰਸ਼ ਜਿੱਤ ਕੇ ਘਰ ਨੂੰ ਮੁੜਿਆਂਗੇ। ਹੁਣ ਆਸ ਤਾਂ ਵੱਜੀ ਹੈਗੀ ਵੀ ਸਾਡੇ ਮਾਲਵੇ ਦੇ ਵਿੱਚ ਸੰਤ ਬਾਬਾ ਤਰ ਸਿੰਘ ਜੀ ਦੇ ਨਾਮ ਤੇ ਜਿਹੜਾ ਮੈਡੀਕਲ ਕਾਲਜ ਤੇ ਹਸਪਤਾਲ ਬਣਨਾ, ਉਹ ਬਣਾ ਕੇ ਹਟਾਂਗੇ ਜੀ। ਹੁਣ ਕਿਉਂਕਿ ਅਸੀਂ ਸਰਕਾਰ ਤੋਂ ਵੀ ਸਾਡੀ ਡਿਮਾਂਡ ਹੈ ਵੀ ਹੁਣ ਜੇ ਬਣਾਉਣਾ ਇਹਨੂੰ ਛੇਤੀ ਤੋਂ ਛੇਤੀ ਸ਼ੁਰੂ ਕਰੇ। ਠੀਕ ਹੈ। ਸੋ ਲੋਕ ਤਾਂ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਆ, ਤਿੰਨੇ ਧਿਰਾਂ ਆਪਸ ਵਿੱਚ ਹੀ ਸਹਿਮਤ ਵੀ ਹੋ ਚੁੱਕੀਆਂ, ਪਰ ਇੱਥੇ ਦੇਖਣਾ ਇਹ ਹੋਵੇਗਾ ਕਿ ਵਾਕਈ ਹੁਣ ਸਰਕਾਰ ਇੱਥੇ ਕਾਲਜ ਉਸਾਰੇਗੀ ਜਾਂ ਇਸ ਨੂੰ ਡਿਲੇ ਕਰੇਗੀ, ਕਿਉਂਕਿ ਜ਼ਮੀਨ ਦਾ ਰੌਲਾ ਸੀ। ਇਹ ਵੀ ਇਲਜ਼ਾਮ ਲੱਗੇ ਸੀ, ਆਮ ਆਦਮੀ ਪਾਰਟੀ ਵੀ ਜਾਣਬੁੱਝ ਕੇ ਇੱਥੇ ਰੌਲਾ ਪਵਾ ਰਹੀ ਹੈ, ਪਰ ਇੱਥੇ ਹੁਣ ਜ਼ਮੀਨ ਦਾ ਮਾਮਲਾ ਹੱਲ ਹੋ ਚੁੱਕਿਆ।
ਟਰਸਟੀਆਂ ਵੱਲੋਂ 25 ਏਕੜ ਜ਼ਮੀਨ ਸਰਕਾਰ ਨੂੰ ਸਪੁਰਦ ਕਰ ਦਿੱਤੀ ਗਈ ਹੈ। ਹੁਣ ਸਰਕਾਰ ਕੀ ਇੱਥੇ ਮੈਡੀਕਲ ਕਾਲਜ ਉਸਾਰੇਗੀ ਜਾਂ ਫਿਰ ਇਹ ਠੰਡੇ ਵਸਤੇ ਹੀ ਰਹੇਗਾ? ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਆਸ਼ਕ।